ਸਤਿ ਸ਼੍ਰੀ ਅਕਾਲ ਦੋਸਤੋ, ਬਹੁਤ ਸਵਾਗਤ ਹੈ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ। ਜੀ ਹਾਂ, ਜਦੋਂ ਅਸੀਂ ਬਿਨਾਂ ਸਿਰ ਪੈਰ ਤੋਂ ਕੋਈ ਗੱਲ ਕਰੀਏ ਤਾਂ ਬਸ ਉਸ ਦਾ ਸਾਨੂੰ ਲੱਗਦਾ ਹੈ ਕਿ ਇਸ ਦਾ ਕੋਈ ਪ੍ਰਭਾਵ ਪੈਣਾ ਹੀ ਨਹੀਂ ਹੈ। ਬਹੁਤ ਸਾਰੀਆਂ ਗੱਲਾਂ ਅਸੀਂ ਸੁਣਨ ਨੂੰ ਮਿਲਦੀਆਂ ਨੇ, ਤੁਹਾਨੂੰ ਤੁਸੀਂ ਦੇਖਿਆ ਵੀ ਹੋਣਗੀਆਂ ਕਿ ਇਸ ਮਹੀਨੇ ਪਤਾ ਨਹੀਂ ਕੀ ਚਮਤਕਾਰ ਹੋ ਜਾਣਾ ਹੈ, ਇਸ ਮਹੀਨੇ ਆ ਹੋ ਜਾਣਾ ਹੈ, ਇਹ ਹੋ ਜਾਣਾ ਹੈ। ਤਾਂ ਤੁਸੀਂ ਦੇਖ ਹੀ ਲਿਆ ਕਿ ਕੀ ਚਮਤਕਾਰ ਹੋ ਰਹੇ ਨੇ ਦੁਨੀਆ ਦੇ ਵਿੱਚ, ਕੀ ਜ਼ਿਆਦਾ ਸਾਨੂੰ ਖਜ਼ਾਨੇ ਮਿਲ ਰਹੇ ਨੇ ਤੇ ਕਿੰਨੇ ਕੁ ਜ਼ਿਆਦਾ ਪੋਜ਼ਿਟਿਵ ਪ੍ਰਭਾਵ ਮਿਲ ਰਹੇ ਨੇ। ਤੁਹਾਡੇ ਆਪਣੇ ਹੱਥ ਵਿੱਚ ਹੈ ਆਪਣੇ ਸਿਤਾਰਿਆਂ ਨੂੰ ਸਹੀ ਕਰਕੇ, ਸਮਝ ਦੇ ਨਾਲ, ਸੋਚ ਸਮਝ ਕੇ ਹਰ ਗ੍ਰਹਿ ਦਾ ਉਪਾਅ ਕਰਿਆ ਕਰੋ। ਕੋਸ਼ਿਸ਼ ਕਰੋ ਕਿ ਅਗਰ ਸਹੀ ਨਹੀਂ ਪਤਾ ਤਾਂ ਬਿਲਕੁਲ ਵੀ ਕੁਝ ਨਾ ਕਰੋ। ਕੁਝ ਨਹੀਂ ਕਰੋਗੇ ਤਾਂ ਕਮ ਸੇ ਕਮ ਨੁਕਸਾਨ ਤੇ ਨਹੀਂ ਹੋਵੇਗਾ। ਬਹੁਤ ਸਮਝਦਾਰ ਸਰੋਤਾਂ, ਤਾਂ ਹੀ ਤੇ ਤੁਸੀਂ ਐਸਟ੍ਰੋਲੋਜੀ ਵਿਦ ਲੌਜਿਕ ਨੂੰ ਸਬਸਕ੍ਰਾਈਬ ਕੀਤਾ ਹੈ। ਬਹੁਤ ਲੋਕਾਂ ਦੇ ਸਾਨੂੰ ਕਮੈਂਟ ਆਉਂਦੇ ਨੇ, ਬਹੁਤ ਜ਼ਿਆਦਾ ਤਾਂ ਨਹੀਂ ਹੈ ਪਰ ਜਿੰਨਾ ਕੁ ਘੇਰਾ ਹੈ ਬਹੁਤ ਹੀ ਵਧੀਆ ਜਾਣਕਾਰ ਨੇ ਸਾਡੇ ਜੋ ਸਾਡੇ ਨਾਲ ਚੱਲ ਰਹੇ ਨੇ। ਕੰਸਟਰਕਸ਼ਨ ਬਾਰੇ ਤੁਸੀਂ ਪੁੱਛਿਆ ਸੀ ਕਿ ਕੰਸਟਰਕਸ਼ਨ ਦੇ ਕੰਮ ਬਾਰੇ, ਘਰ ਬਣਾਉਣ ਬਾਰੇ ਵੀ ਇੱਕ ਵੀਡੀਓ ਪਾਈ ਜਾਵੇ। ਚਲੋ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਅਗਰ ਘਰ ਨਹੀਂ ਬਣ ਰਿਹਾ ਕੀ ਕਰਨਾ ਚਾਹੀਦਾ ਹੈ, ਕਦੋਂ ਮਿਸਤਰੀ ਲਗਾਉਣੇ ਚਾਹੀਦੇ ਨੇ, ਕਦੋਂ ਕਿਹੜਾ ਕੰਮ ਕੀਤਾ ਹੋਇਆ ਸ਼ੁਰੂ ਸਾਨੂੰ ਸਫਲਤਾ ਜ਼ਿਆਦਾ ਦੇ ਜਾਂਦਾ ਹੈ। ਇੱਕ ਗੱਲ ਤਾਂ ਹੈ, ਜਦੋਂ ਜਿਸ ਗ੍ਰਹਿ ਦਾ ਟਾਈਮ ਆਉਂਦਾ ਏ, ਜਿਸ ਚੀਜ਼ ਦਾ ਟਾਈਮ ਹੈ, ਵਕਤ ਹੈ, ਹਰ ਚੀਜ਼ ਦਾ ਟਾਈਮ ਵਕਤ ਹੈ ਜੀ, ਤੇ ਜਦੋਂ ਉਸ ਦਾ ਪ੍ਰਭਾਵ ਆਉਣਾ ਏ ਤਾਂ ਸਾਡੇ ਨਾ ਚਾਹੁਣ ਤੇ ਧੱਕੇ ਨਾਲ ਵੀ ਉਹ ਕੰਮ ਹੋ ਜਾਣਾ ਹੈ। ਤੇ ਕਈ ਵਾਰੀ ਅਸੀਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਨੂੰ ਉਸ ਕੰਮ ਵਿੱਚ ਸਫਲਤਾ ਮਿਲਣੀ ਨਹੀਂ। ਭਾਵੇਂ ਉਹ ਘਰ ਬਣਾਉਣ ਦਾ ਕੰਮ ਹੋਵੇ, ਭਾਵੇਂ ਕਿਸੇ ਚੀਜ਼ ਲੈਣ ਦਾ ਹੋਵੇ, ਬੜੇ ਪੈਸੇ ਪਏ ਵੀ ਰਹਿ ਜਾਂਦੇ ਨੇ ਤੇ ਅਸੀਂ ਉਸ ਚੀਜ਼ ਦਾ ਇੰਜੋਏ ਨਹੀਂ ਕਰ ਪਾਉਂਦੇ। ਕੋਈ ਗੱਡੀ ਲੈਣੀ ਹੈ, ਮੰਨ ਲਓ ਸੋਚ ਰਹੇ ਹਾਂ, ਪੈਸੇ ਵੀ ਨੇ ਪਰ ਲਈ ਨਹੀਂ ਜਾ ਰਹੀ। ਕਿਉਂਕਿ ਉਸ ਟਾਈਮ ਤੇ ਤੁਹਾਡੇ ਸਟਾਰ ਨੇ ਜੋ ਗੱਡੀ ਵਾਲੇ ਨਹੀਂ ਚੱਲ ਰਹੇ, ਧੱਕੇ ਨਾਲ ਤੁਸੀਂ ਲਿਆਉਂਗੇ ਤਾਂ ਨੁਕਸਾਨ ਹੋ ਜਾਏਗਾ। ਬਸ ਜੀ, ਜਦੋਂ ਦੀ ਆ ਚੀਜ਼ ਲਈ ਉਦੋਂ ਦਾ ਆ ਹੋ ਗਿਆ। ਇਸ ਕਰਕੇ ਉਹੀ ਕੰਮ ਕਰਨਾ ਚਾਹੀਦਾ ਹੈ ਜੋ ਸਾਡੇ ਸਿਤਾਰੇ ਚਾਹਣ। ਤੇ ਸਿਤਾਰੇ ਕੀ ਚਾਹੁੰਦੇ ਨੇ ਉਹਦੇ ਹਿਸਾਬ ਨਾਲ ਅਗਰ ਤੁਸੀਂ ਆਪਣੀ ਜ਼ਿੰਦਗੀ ਨੂੰ ਉਹਨਾਂ ਦੇ ਅਨੁਸਾਰ ਚਲਾ ਲੈਂਦੇ ਹੋ ਤਾਂ ਡੈਫੀਨੇਟਲੀ ਬਹੁਤ ਜ਼ਿਆਦਾ ਫਾਇਦਾ ਤੇ ਨੁਕਸਾਨ ਕੋਈ ਵੀ ਨਹੀਂ। ਨੁਕਸਾਨ ਉਦੋਂ ਹੋਵੇਗਾ ਜਦੋਂ ਇਹਨਾਂ ਗ੍ਰਹਿਾਂ ਦੀ ਚੱਲਦੀ ਹੋਈ ਚਾਲ ਨੂੰ ਅਸੀਂ ਡਿਸਟਰਬ ਕਰ ਦੇਵਾਂਗੇ, ਅਸੀਂ ਉਸ ਦੇ ਮੁਤਾਬਕ ਨਹੀਂ ਚੱਲਾਂਗੇ। ਥੋੜੀ ਜੀ ਸਮਝ ਵਾਲੀ ਗੱਲ ਹੈ। ਅਗਰ ਤੁਸੀਂ ਸਮਝ ਗਏ ਤਾਂ ਸਮਝ ਲਓ ਕਿ ਸਾਰੀਆਂ ਹੀ ਚੀਜ਼ਾਂ ਤੁਹਾਡੇ ਹੱਕ ਵਿੱਚ ਹੋ ਗਈਆਂ। ਕੰਸਟਰਕਸ਼ਨ ਦੀ ਗੱਲ, ਘਰ ਬਣਾਉਣਾ ਇੱਕ ਸੁਪਨਾ ਜਿਹਾ ਹੀ ਹੈ ਹਰ ਇਨਸਾਨ ਦਾ, ਤੇ ਇਹ ਸੁਪਨਾ ਪੂਰਾ ਵੀ ਹੋਣਾ ਚਾਹੀਦਾ ਹੈ। ਪਰਮਾਤਮਾ ਕਰੇ ਜਿੰਨੀ ਕੁ ਦੇਰ ਦੁਨੀਆ ਵਿੱਚ ਤੁਹਾਨੂੰ ਹਰ ਘਰ ਦਾ ਆਨੰਦ ਮਿਲੇ ਜੋ ਜਿੱਥੇ ਤੁਸੀਂ ਰਹਿ ਰਹੇ ਹੋ, ਭਾਵੇਂ ਛੋਟਾ ਹੋਵੇ ਚਾਹੇ ਵੱਡਾ ਹੋਵੇ। ਜਿਸ ਘਰ ਵਿੱਚ ਖੁਸ਼ੀਆਂ ਨੇ ਉੱਥੇ ਸਾਰਾ ਕੁਝ ਹੀ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਘਰ ਬਣਾਉਣਾ ਬਾਰੇ ਬਹੁਤ ਯਤਨ ਕੀਤੇ ਤੇ ਸਾਡਾ ਬਣਿਆ ਹੀ ਨਹੀਂ। ਉਸ ਦੇ ਲਈ ਤੁਹਾਨੂੰ ਉਪਾਅ ਦੱਸਦੇ ਹਾਂ। ਅਗਰ ਘਰ ਨਹੀਂ ਬਣ ਰਿਹਾ, ਬਹੁਤ ਕੋਸ਼ਿਸ਼ ਕਰਨ ਤੇ ਵੀ ਘਰ ਨਹੀਂ ਬਣ ਰਿਹਾ, ਤਾਂ ਹੋ ਸਕਦਾ ਹੈ ਕਿ ਤੁਹਾਡੇ ਘਰ ਦਾ ਸਾਊਥ ਵੈਸਟ ਹਿੱਸਾ ਜੋ ਏ ਉਹ ਨੀਵਾਂ ਹੋਵੇ ਤੇ ਈਸਟ ਤੇ ਨਾਰਥ ਉੱਚੀ ਹੋਵੇ। ਉਹ ਜੋ ਕੰਸਟਰਕਸ਼ਨ ਦਾ ਕੰਮ ਹੈ ਉਹ ਬਹੁਤ ਲੇਟ ਹੋ ਜਾਂਦਾ ਹੈ। ਤਾਂ ਤੁਸੀਂ ਵਾਸਤੂ ਦੇ ਹਿਸਾਬ ਦੇ ਨਾਲ ਨਾਰਥ ਸਾਈਡ ਵਿੱਚ ਪਾਣੀ ਸਥਾਪਿਤ ਕਰ ਲੈਣਾ ਹੈ ਤੇ ਆਪਣੀ ਸਾਊਥ ਸਾਈਡ ਨੂੰ ਉੱਚਾ ਕਰ ਲੈਣਾ ਹੈ। ਹੌਲੀ ਹੌਲੀ ਜੋ ਸੋਚੋਗੇ ਘਰ ਦਾ ਕੰਮ ਹੁੰਦਾ ਜਾਏਗਾ। ਅਗਰ ਤੁਸੀਂ ਨਾਰਥ ਵਾਲੀ ਸਾਈਡ ਤੇ ਛੱਤਣਾ ਸ਼ੁਰੂ ਕਰ ਦਿੱਤਾ ਘਰ ਬਣਾਉਣਾ, ਉਸ ਨੂੰ ਉੱਚਾ ਕਰ ਲਿਆ, ਜਾਂ ਜੋ ਤੁਹਾਡਾ ਸਮਾਨ ਹੈ, ਕੋਈ ਕਿਸੇ ਤਰ੍ਹਾਂ ਦਾ ਕੋਈ ਇੰਜਣ ਹੈ, ਕੋਈ ਤੁਹਾਡੀ ਜੋ ਇੱਟਾਂ ਸਟਾਈਆਂ ਨੇ ਤੁਸੀਂ, ਬਜਰੀ ਰੇਤਾ ਜੋ ਹੈ, ਅਗਰ ਤੁਸੀਂ ਨਾਰਥ ਸਾਈਡ ਤੇ ਪਲਾਟ ਤੇ ਸਟਾ ਲਈਆਂ ਤਾਂ ਤੁਹਾਡਾ ਘਰ ਦਾ ਕੰਮ ਰੁਕ ਜਾਏਗਾ, ਬਣੇਗਾ ਨਹੀਂ। ਹੁਣ ਇਹਨਾਂ ਤੁਸੀਂ ਇੱਕ ਜ਼ਿੰਦਗੀ ਵਿੱਚ ਇੱਕ ਵਾਰ ਘਰ ਬਣਦਾ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਉਸ ਘਰ ਨੂੰ ਸਹੀ ਤਰੀਕੇ ਨਾਲ ਬਣਾਓ, ਵਾਸਤੂ ਦੇ ਮੁਤਾਬਕ ਬਣਾਓ। ਤੇ ਸ਼ੁਰੂਆਤ ਅਗਰ ਵਾਸਤੂ ਦੇ ਅਨੁਸਾਰ ਕਰਦੇ ਹੋ ਤਾਂ ਉਸ ਦਾ ਪ੍ਰਭਾਵ ਵੀ ਤੇ ਪਤਾ ਨਹੀਂ ਲੱਗੇਗਾ ਘਰ ਕਿਵੇਂ ਬਣ ਗਿਆ, ਕਿੱਥੋਂ ਪੈਸਾ ਆਇਆ ਤੇ ਕਿਵੇਂ ਲੱਗੀ ਗਿਆ। ਕਈ ਵਾਰੀ ਅਸੀਂ ਸੋਚ ਲੈਂਦੇ ਆ ਕਿ ਬਸ ਇੰਨਾ ਕੁ ਲਗਾਉਣਾ ਹੈ ਤੇ ਉਸ ਤੋਂ ਡਬਲ ਲੱਗ ਜਾਂਦਾ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ। ਤੇ ਕਈ ਵਾਰੀ ਅਸੀਂ ਸੋਚਦੇ ਆ ਕਿ ਇੰਨਾ ਪੈਸਾ ਲਗਾਉਣਾ ਹੈ ਤੇ ਨਾਲ ਅਸੀਂ ਕਰਜ਼ਾ ਲੈ ਕੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਜ਼ਿਆਦਾ ਲਾਈ ਜਾਂਦੇ ਆ ਤੇ ਬਣਦਾ ਵੀ ਕੁਝ ਨਹੀਂ। ਇਹ ਗ੍ਰਹਿ ਹੀ ਨੇ ਜੀ। ਇਸ ਕਰਕੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਘਰ ਬਣਾਉਣਾ ਹੋਵੇ ਪਲਾਟ ਦੇ ਵਿੱਚ, ਸਾਊਥ ਸਾਈਡ ਤੇ, ਸਾਊਥ ਵਾਲੇ ਪਾਸੇ ਹੀ ਸਾਰੇ ਹੀ ਸਮਾਨ ਨੂੰ ਉੱਥੇ ਰਖਾਣਾ ਹੈ ਤੁਸੀਂ, ਤੇ ਨਾਰਥ ਵਾਲੀ ਸਾਈਡ ਤੇ ਪਾਣੀ ਦਾ ਪ੍ਰਬੰਧ ਕਰ ਲੈਣਾ। ਹੁਣ ਤੁਹਾਡਾ ਘਰ ਬਣਨਾ ਮੰਨ ਲਓ ਹੋ ਗਿਆ ਸ਼ੁਰੂ। ਘਰ ਬਣ ਗਿਆ, ਵਿੱਚ ਰੁਕ ਗਿਆ। ਬਣਦੇ ਘਰ ਦਾ ਰੁਕਣਾ ਮਤਲਬ ਸ਼ਨੀ ਖਰਾਬ ਹੋ ਗਿਆ। ਤਾਂ ਤੁਸੀਂ ਕੀ ਕਰਨਾ ਹੈ,
ਸ਼ਨੀ ਨੂੰ ਸਹੀ ਕਰਨ ਦੇ ਲਈ ਸਭ ਤੋਂ ਵਧੀਆ ਉਪਾਅ ਉਸ ਘਰ ਵਿੱਚ ਲੱਗੇ ਹੋਏ ਮਜ਼ਦੂਰ ਜੋ ਕੰਸਟਰਕਸ਼ਨ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਨਮਕ ਖਾਣ ਨੂੰ ਦਿਓ। ਨਮਕ ਮੀਨਸ ਨਮਕ ਦੀਆਂ ਮੱਠੀਆਂ ਦੇ ਸਕਦੇ ਹੋ ਤੁਸੀਂ, ਸਮੋਸੇ ਪਕੌੜੇ ਕੁਝ ਵੀ ਖਾਣ ਨੂੰ ਦੇ ਸਕਦੇ ਹੋ। ਉਹਨਾਂ ਨੂੰ ਖੁਸ਼ ਰੱਖੋ। ਠੀਕ ਹੈ ਕਿ ਕਈ ਵਾਰੀ ਦੂਰ ਘਰ ਹੁੰਦਾ ਹੈ ਤੇ ਤੁਸੀਂ ਘਰ ਤੋਂ ਬਣਾਈ ਹੋਈ ਚੀਜ਼ ਉਹਨਾਂ ਨੂੰ ਨਹੀਂ ਦੇ ਸਕਦੇ, ਪਰ ਕੋਸ਼ਿਸ਼ ਕਰੋ ਇੱਕ ਟਾਈਮ ਦੀ ਚਾਹ ਆਪਣੇ ਘਰ ਤੋਂ ਹੀ ਬਣਾ ਕੇ ਦਿਓ। ਆਪਣੇ ਹੱਥ ਦੇ ਨਾਲ ਚੀਜ਼ ਉਹਨਾਂ ਨੂੰ ਦੇਣ ਤੇ ਵੰਡਣ ਤੇ ਸ਼ਨੀ ਅੱਛਾ ਹੋ ਜਾਏਗਾ ਤੇ ਫਿਰ ਤੋਂ ਉਹ ਕੰਮ ਰੁਕਿਆ ਹੋਇਆ ਸ਼ੁਰੂ ਹੋ ਜਾਏਗਾ। ਨਾਲ ਹੀ ਤੁਸੀਂ ਕੀ ਕਰਨਾ ਹੈ ਜੀ, ਅਗਰ ਕੰਮ ਰੁਕ ਗਿਆ ਹੈ ਤਾਂ ਉਸ ਜਗ੍ਹਾ ਤੇ ਗੰਗਾ ਜਲ ਦੇ ਪਵਿੱਤਰ ਜਲ ਦੇ ਛਿੱਟੇ ਮਾਰ ਦਿਓ। ਹੋ ਸਕਦਾ ਉੱਥੇ ਨਕਾਰਾਤਮਕ ਊਰਜਾ ਹੋ ਗਈ ਜਿਸ ਨੇ ਉਸ ਚੀਜ਼ ਦੇ ਪ੍ਰਭਾਵ ਨੂੰ ਖਤਮ ਕਰ ਦਿੱਤਾ। ਨਾਲ ਹੀ ਅਗਰ ਹੋਰ ਜ਼ਿਆਦਾ ਲੱਗੇ ਕਿ ਕਿਤੋਂ ਪੈਸਾ ਹੀ ਨਹੀਂ ਆ ਰਿਹਾ, ਘਰ ਕਿਵੇਂ ਬਣਾਇਆ ਜਾਵੇ, ਕੁਝ ਜ਼ਿਆਦਾ ਬਿਮਾਰੀ ਤੇ ਲੱਗਣ ਲੱਗ ਗਏ ਕੁਝ ਇਦਾਂ, ਤਾਂ ਥੋੜੇ ਜੇ ਬਦਾਮ ਲੈ ਕੇ ਜਲ ਪ੍ਰਵਾਹ ਕਰ ਦਿਓ। ਥੋੜੇ ਦਿਨ ਸ਼ਨੀ ਹੋਰ ਅੱਛਾ ਹੋ ਜਾਏਗਾ। ਬਦਾਮ ਗਿਰੀ ਵਾਲੇ ਲੈਣੇ ਆ, ਛਿਲਕੇ ਵਾਲੇ ਨਹੀਂ। ਮੱਛੀਆਂ ਨੂੰ ਪਾਣੇ ਨੇ ਜੋ ਕਿ ਚੰਦਰਮਾ ਸਹੀ ਕਰਨਾ ਹੈ। ਤੇ ਸਾਡਾ ਘਰ ਚੌਥੇ ਖਾਨੇ ਦਾ ਮਾਲਕ ਹੁੰਦਾ ਹੈ ਜੀ, ਸੁਖ ਸਥਾਨ ਦਾ, ਮਕਾਨ ਦਾ, ਤੁਹਾਡੀ ਜਨਮ ਪੱਤਰੀ ਦੇ ਵਿੱਚ ਚੌਥਾ ਖਾਨਾ ਮੰਨਿਆ ਜਾਂਦਾ ਹੈ ਤੇ ਉਸ ਨੂੰ ਅਸੀਂ ਚਲਾ ਲੈਣਾ ਹੈ। ਤਾਂ ਅਸੀਂ ਕੋਈ ਚੀਜ਼ ਸ਼ਨੀ ਦੀ ਚੌਥੇ ਖਾਨੇ ਵਿੱਚ ਜਾਨੀ ਜਲ ਵਿੱਚ ਜਲ ਪ੍ਰਵਾਹ ਕਰ ਦੇਣੀ ਹੈ, ਘਰ ਬਣਨਾ ਸ਼ੁਰੂ ਹੋ ਜਾਏਗਾ। ਤੇ ਨਾਲ ਤੁਸੀਂ ਅਗਰ ਮੰਨ ਲਓ ਕਿ ਤੁਸੀਂ ਘਰ ਵੀ ਬਣਾ ਲਿਆ ਤੇ ਉਸ ਤੋਂ ਬਾਅਦ ਕਰਜ਼ਾ ਹੋ ਗਿਆ, ਬਹੁਤ ਸਾਰੀਆਂ ਪਰੇਸ਼ਾਨੀਆਂ ਹੋ ਗਈਆਂ, ਬਹੁਤ ਪ੍ਰੋਬਲਮ ਆ ਗਈਆਂ, ਕੋਸ਼ਿਸ਼ ਕਰੋ ਜੀ, ਵੈਸੇ ਤਾਂ ਇਹ ਵਹਿਮ ਨਹੀਂ ਹੈ ਪਰ ਕੁਝ ਲੋਕਾਂ ਲਈ ਇਹ ਵਹਿਮ ਵੀ ਹੈ ਕਿ ਸਾਰੇ ਦਿਨ ਇੱਕੋ ਜਿਹੇ ਹੁੰਦੇ ਆ, ਕੁਝ ਇਦਾਂ ਦਾ ਪ੍ਰਭਾਵ ਨਹੀਂ ਹੈ। ਦੇਖੋ ਇਹ ਤਾਂ ਹੈ, ਤੁਸੀਂ ਮੰਨੋ ਚਾਹੇ ਨਾ ਮੰਨੋ, ਅਗਰ ਸਾਰੇ ਦਿਨ ਇੱਕੋ ਜਿਹੇ ਹੁੰਦੇ ਤਾਂ ਅਸੀਂ ਵੀ ਇੱਕੋ ਜਿਹੇ ਹੀ ਰਹਿੰਦੇ, ਸਾਨੂੰ ਕੀ ਜ਼ਰੂਰਤ ਸੀ, ਸਾਡੇ ਤੇ ਕਿਸੇ ਚੀਜ਼ ਦਾ ਪ੍ਰਭਾਵ ਹੀ ਨਹੀਂ ਪੈਂਦਾ। ਹਰ ਚੀਜ਼ ਦਾ ਪ੍ਰਭਾਵ ਸਾਡੇ ਤੇ ਪੈਂਦਾ ਹੈ। ਅਗਰ ਸਵੇਰ ਦਾ, ਦੁਪਹਿਰ ਦਾ, ਸ਼ਾਮ ਦਾ ਵੀ ਸਾਡੇ ਮਨ ਤੇ ਪ੍ਰਭਾਵ ਹੈ ਤਾਂ ਇਹਨਾਂ ਦੇ ਗ੍ਰਹਿਆਂ ਦਾ ਸਾਡੇ ਮਨ ਤੇ ਕਿਉਂ ਪ੍ਰਭਾਵ ਨਹੀਂ? ਇਹ ਸਵੇਰ, ਦੁਪਹਿਰ, ਸ਼ਾਮ ਵੀ ਗ੍ਰਹਿਆਂ ਅਨੁਸਾਰ ਹੀ ਹੈ। ਸੂਰਜ ਦਾ ਤਪਣਾ ਸਾਨੂੰ ਗੁੱਸਾ ਦਿੰਦਾ ਹੈ, ਸਵੇਰੇ ਉੱਠਣਾ ਜੋ ਠੰਡਕ ਦਿੰਦਾ ਹੈ, ਤੇ ਸ਼ਾਮ ਨੂੰ ਥੋੜੀ ਥਕਾਵਟ, ਥੋੜੀ ਉਦਾਸੀ। ਇਹ ਨਹੀਂ ਕਿ ਕੰਮ ਕਰਨ ਵਾਲੇ ਨਹੀਂ ਹੁੰਦੀ ਹੈ, ਹਰ ਕਿਸੇ ਨੂੰ ਹੁੰਦੀ ਹੈ। ਚਲੋ ਇਹ ਇੱਕ ਅਲੱਗ ਮੁੱਦਾ ਹੈ। ਆਪਾਂ ਗੱਲ ਕੀਤੀ ਹੈ ਕਿ ਇਹਨਾਂ ਦਾ ਪ੍ਰਭਾਵ ਅਗਰ ਜ਼ਿਆਦਾ ਲੱਗੇ ਕਿ ਕੁਛ ਨਾ ਕੁਛ ਘਰ ਵਿੱਚ ਪ੍ਰੋਬਲਮ ਹੈ ਸਾਨੂੰ, ਜਾਂ ਕੋਈ ਵੀ ਚੀਜ਼ ਕਰਨੀ ਹੈ, ਤਾਂ ਕੋਸ਼ਿਸ਼ ਕਰੋ ਜਦੋਂ ਮਿਸਤਰੀ ਲਗਾਉਣੇ ਨੇ ਸ਼ੁਕਲ ਪੱਖ ਵਿੱਚ, ਚਾਨਣ ਪੱਖ ਵਿੱਚ ਲਾਏ ਜਾਣ। ਸ਼ੁੱਕਰਵਾਰ ਵਾਲੇ ਦਿਨ, ਸ਼ਨੀ ਦਾ ਗੁਰੂ ਹੈ ਸ਼ੁੱਕਰ, ਉਸ ਦਿਨ ਅਗਰ ਮਿਸਤਰੀ ਲਗਾਏ ਜਾਣ ਤੇ ਨਾਲ ਹੀ ਸ਼ੁੱਕਰਵਾਰ ਨੂੰ ਤੁਸੀਂ ਸਫੇਦ ਚੀਜ਼ ਦਾ ਦਾਨ ਕਰਦੇ ਰਹੋ। ਲੋਹਾ ਵਗੈਰਾ ਜਾਂ ਕੋਈ ਵੀ ਸਮਾਨ ਖਰੀਦਣਾ ਸ਼ੁੱਕਰਵਾਰ ਨੂੰ ਖਰੀਦੋ ਤਾਂ ਉਸ ਦੇ ਨਾਲ ਕੰਮਕਾਰ ਵੀ ਹੁੰਦਾ ਰਹੇਗਾ, ਘਰ ਵੀ ਜਲਦੀ ਬਣ ਜਾਏਗਾ ਤੇ ਸ਼ੁੱਕਰ ਜੋ ਸਾਡੀ ਗ੍ਰਸਤੀ ਦਾ ਮਾਲਕ ਹੈ ਉਹ ਵੀ ਖੁਸ਼ ਹੀ ਰਹੇਗਾ। ਤੇ ਨਾਲ ਸ਼ੁਕਲ ਪੱਖ ਜੋ ਚਾਨਣ ਪੱਖ ਹੈ ਉਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਕਦੇ ਵੀ 4, 14, ਚੌਥ, 9ਵੀਂ ਨੂੰ ਮਿਸਤਰੀ ਨਹੀਂ ਲਗਾਉਣੇ ਚਾਹੀਦੇ। ਕੰਮ ਚੱਲ ਰਿਹਾ, ਕੋਈ ਉਹ ਨਹੀਂ ਹੈ, ਸ਼ੁਰੂਆਤ ਜਿੱਦਾਂ ਆਪਾਂ ਕਰਦੇ ਹਾਂ ਘਰ ਵਿੱਚ ਕੰਸਟਰਕਸ਼ਨ ਦੇ ਕੰਮ ਕਰਾਉਣ ਦੀ, ਤਾਂ ਇਹ ਸ਼ੁਰੂਆਤ ਹਮੇਸ਼ਾ ਹੀ ਤੁਹਾਨੂੰ ਸ਼ੁਕਲ ਪੱਖ ਵਿੱਚ 4, 14, 9ਵੀਂ ਦਾ ਪਰਹੇਜ਼ ਕਰਕੇ ਹੀ ਰੱਖਣੀ ਚਾਹੀਦੀ ਹੈ। ਕੋਈ ਦਿਨ ਅੱਛਾ ਜਿਹਾ ਕੱਢ ਲਵੋ ਤੇ ਆਪਣੇ ਬਜ਼ੁਰਗਾਂ ਤੋਂ, ਘਰ ਦੇ ਬਜ਼ੁਰਗਾਂ ਤੋਂ ਤੁਸੀਂ ਸ਼ੁਰੂਆਤ ਕਰੋ। ਜੋ ਨੀਂਹ ਪੱਥਰ ਜਿੱਦਾਂ ਆਪਾਂ ਕਹਿ ਦਿੰਦੇ ਆ, ਤਾਂ ਪਹਿਲੀ ਇੱਟ ਘਰ ਦੇ ਬਜ਼ੁਰਗ ਤੋਂ ਰਖਾਓ। ਸਾਰਾ ਪਰਿਵਾਰ ਉਹ ਬਜ਼ੁਰਗ ਦੇ ਪੈਰੀਂ ਹੱਥ ਲਗਾ ਕੇ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਕਰੋ ਕਿ ਤੁਸੀਂ ਉਹ, ਅਸੀਂ ਤੁਹਾਡਾ ਹੀ ਵਾਅਦਾ ਕਰ ਰਹੇ ਹਾਂ, ਤੁਹਾਡੀ ਬਲੇਸਿੰਗ ਹੈ ਤੇ ਤੁਹਾਡੇ ਕਰਕੇ ਹੀ ਬਣਾ ਰਹੇ ਹਾਂ, ਤੇ ਆਪਣਾ ਹੱਥ ਸਾਡੇ ਤੇ ਰੱਖਣਾ ਹੈ ਤੇ ਜੋ ਕੁਝ ਵੀ ਹੈ ਪਰਮਾਤਮਾ ਦਾ ਹੀ ਹੈ ਤੇ ਉਹਦਾ ਹੀ ਬਣ ਰਿਹਾ ਹੈ ਤੇ ਉਸ ਅੰਦਰ ਤੁਸੀਂ ਹੀ ਵਾਸ ਕਰਨਾ ਹੈ ਤੇ ਸਾਨੂੰ ਪੋਜ਼ਿਟਿਵਿਟੀ ਦੇਣੀ ਹੈ। ਜਦੋਂ ਤੁਸੀਂ ਆਪਣੀਆਂ ਚੀਜ਼ਾਂ ਉਸ ਤੇ ਛੱਡ ਦਿੰਦੇ ਹੋ ਤਾਂ ਕੁਦਰਤ ਵੱਲੋਂ ਤੁਹਾਨੂੰ ਬਲੇਸਿੰਗ ਮਿਲ ਜਾਂਦੀ ਹੈ। ਇਸ ਕਰਕੇ ਇਹ ਕੋਸ਼ਿਸ਼ ਜ਼ਰੂਰ ਕਰਕੇ ਆਪਣੇ ਮਨ ਦੇ ਅੰਦਰ ਧਾਰ ਕੇ ਤੁਸੀਂ ਅਗਰ ਕੰਸਟਰਕਸ਼ਨ ਦਾ ਕੰਮ ਸ਼ੁਰੂ ਕਰਦੇ ਹੋ, ਮਿਸਤਰੀ ਲਗਾਉਂਦੇ ਹੋ, ਘਰ ਬਣਾਉਣਾ ਸ਼ੁਰੂ ਕਰਦੇ ਹੋ, ਤਾਂ ਡੈਫੀਨੇਟਲੀ ਘਰ ਬੜਾ ਅੱਛਾ ਬਣੇਗਾ, ਕੋਈ ਬਿਲਕੁਲ ਵੀ ਨਹੀਂ ਰੁਕੇਗਾ ਤੇ ਪਤਾ ਵੀ ਨਹੀਂ ਚੱਲੇਗਾ ਘਰ ਕਿਵੇਂ ਬਣ ਗਿਆ। ਇੱਕ ਤੁਹਾਨੂੰ ਹੋਰ ਉਪਾਅ ਦੱਸਦੇ ਆ, ਅਗਰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਘਰ ਨਹੀਂ ਬਣ ਰਿਹਾ ਜਾਂ ਘਰ ਬਾਰੇ ਤੁਸੀਂ ਸੋਚਦੇ ਹੋ ਕੁਝ ਰਸਤੇ ਹੀ ਨਹੀਂ ਮਿਲ ਰਹੇ, ਤਾਂ 3 ਮਿੱਟੀ ਦੇ ਕੁੱਤੇ ਲਿਆ ਕੇ ਆਪਣੇ ਪਲਾਟ ਵਿੱਚ, ਆਪਣੇ ਘਰ ਵਿੱਚ ਸਥਾਪਿਤ ਕਰ ਲਓ। ਘਰ ਬਣਨਾ ਸ਼ੁਰੂ ਹੋ ਜਾਏਗਾ, ਤੁਹਾਨੂੰ ਰਸਤੇ ਮਿਲਣੇ ਸ਼ੁਰੂ ਹੋ ਜਾਣਗੇ, ਤੁਹਾਨੂੰ ਉਸ ਦਾ ਹੀਲਾ ਵਸੀਲਾ ਪਰਮਾਤਮਾ ਬਣਾ ਦੇਵੇਗਾ। ਕੇਤੂ ਜੋ ਹੈ ਉਹ ਕੇਤ ਚਟਾਈ, ਖੇਤ ਮਤਲਬ ਜੋ ਕੁੱਤੇ ਨੇ ਉਹ ਸਾਡੇ ਦਰਵੇਸ਼ ਗ੍ਰਹਿ ਮੁਤਾਬਕ ਮੰਨੇ ਜਾਂਦੇ ਨੇ। ਹਰ ਰੋਜ਼ ਕੁੱਤੇ ਨੂੰ ਰੋਟੀ, ਦੁੱਧ, ਬਿਸਕੁਟ ਪਾਉਂਦੇ ਜਾਓ, ਕਹੋ ਪਰਮਾਤਮਾ ਜਿਵੇਂ ਇਹਨੂੰ ਰਿਜ਼ਕ ਦੇ ਰਹੇ ਆ, ਸਾਡਾ ਵੀ ਸਭ ਕੁਝ ਬਣੇ, ਤੂੰ ਸਾਨੂੰ ਰਸਤੇ ਦਿਖਾ ਤੇ ਸਾਨੂੰ ਚੰਗੀ ਪੋਜ਼ਿਟਿਵਿਟੀ ਮਿਲਣੀ ਸ਼ੁਰੂ ਹੋ ਜਾਵੇ।
ਬਹੁਤ ਛੋਟੀਆਂ ਗੱਲਾਂ ਨੇ ਪਰ ਬੜੀਆਂ ਦਮਦਾਰ ਨੇ ਤੇ ਬੜਾ ਅੱਛਾ ਪ੍ਰਭਾਵ ਪੈਂਦਾ ਇਹਨਾਂ ਦੇ। ਕੋਈ ਕੰਮ ਨਹੀਂ ਰੁਕੇਗਾ। ਫਿਰ ਵੀ ਅਗਰ ਤੁਹਾਨੂੰ ਲੱਗੇ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਘਰ ਬਣਾਉਣ ਚ ਜਾਂ ਕਰਜ਼ੇ ਵਿੱਚ ਅਸੀਂ ਆ ਗਏ ਆ ਕਿ ਘਰ ਬਣਾਇਆ ਸੀ, ਉਸ ਤੋਂ ਬਾਅਦ ਬਿਮਾਰੀ ਸ਼ੁਰੂ ਹੋ ਗਈ ਹੈ ਜਾਂ ਕੁਝ ਉਲਝੇਵੇਂ ਪੈ ਰਹੇ ਨੇ, ਕੇਸ ਚੱਲ ਪਿਆ ਹੈ, ਕੁਝ ਪ੍ਰੋਬਲਮ ਆ ਗਈਆਂ ਨੇ, ਤਾਂ ਸ਼ਨੀ ਖਰਾਬ ਹੋ ਗਿਆ। ਅਸੀਂ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਕਿ ਅਗਰ ਸ਼ਨੀ ਕਿਸ ਘਰ ਵਿੱਚ ਹੋਵੇ ਤਾਂ ਕਿਸ ਸੰਨ ਵਿੱਚ ਕਦੋਂ ਤੱਕ ਘਰ ਨਹੀਂ ਬਣਾਉਣਾ ਚਾਹੀਦਾ। ਇੱਕ ਮਿੱਟੀ ਦੀ ਕੁੱਜੀ ਵਿੱਚ ਸਰੋਂ ਦਾ ਤੇਲ ਪਾ ਕੇ ਅਗਰ ਕਰਜ਼ਾ ਜ਼ਿਆਦਾ ਘਰ ਬਣਾਉਣ ਦੀ ਵਜ੍ਹਾ ਨਾਲ ਹੋ ਰਿਹਾ ਹੈ ਜਾਂ ਘਰ ਵਿੱਚ ਬਣਾਇਆ ਹੈ ਤੇ ਤਰੇੜਾਂ ਪੈ ਗਈਆਂ ਨੇ ਜਾਂ ਘਰ ਬਣਦਾ ਰੁਕ ਰਿਹਾ ਜਾਂ ਘਰ ਦੀ ਵਜ੍ਹਾ ਨਾਲ ਘਰ ਬਣਾਉਣ ਤੋਂ ਬਾਅਦ ਪ੍ਰੋਬਲਮ ਆਈਆਂ ਨੇ, ਗੋਡੇ ਵਗੈਰਾ ਦੀ ਹਸਪੀਟਲਾਈਜ਼ਡ ਦੇ ਚੱਕਰ ਪਏ ਆ ਜਾਂ ਕੋਰਟ ਕਚਹਿਰੀ ਦਾ ਕੋਈ ਚੱਕਰ ਪਿਆ, ਤਾਂ ਤੁਸੀਂ ਕੀ ਕਰਨਾ ਹੈ, ਮਿੱਟੀ ਦੀ ਕੁੱਜੀ ਵਿੱਚ ਸਰੋਂ ਦਾ ਤੇਲ ਪਾ ਕੇ ਉੱਤੇ ਢੱਕਣ ਲਗਾ ਕੇ ਕਿਸੇ ਨਹਿਰ ਦੇ ਕੰਢੇ ਉਸ ਨੂੰ ਦੱਬਣਾ ਸ਼ੁਰੂ ਕਰ ਦਿਓ। ਕੁੱਜੀ ਕੀ ਹੈ ਜੀ? ਬੁੱਧ ਦੀ। ਠੀਕ ਹੈ। ਗੋਲ ਸਾਈਨ ਵਿੱਚ ਹਵਾ ਕਿਹਦੀ ਹੋ ਗਈ? ਬ੍ਰਹਿਸਪਤੀ ਦੀ। ਉੱਥੇ ਅਸੀਂ ਭਰ ਦਿੱਤਾ ਤੇਲ ਤੇ ਉਸ ਦੇ ਉੱਤੇ ਲਾ ਦਿੱਤਾ ਢੱਕਣ। ਬੁੱਧ, ਸ਼ਨੀ ਤੇ ਬ੍ਰਹਿਸਪਤੀ ਨੂੰ ਅਸੀਂ ਵਿੱਚੋਂ ਕੱਢ ਕੇ ਉੱਤੇ ਸ਼ਨੀ ਕਾਇਮ ਕਰਕੇ ਨਹਿਰ ਜੋ ਚੰਦਰਮਾ ਦੀ ਕਾਰਕ ਹੈ ਉਸ ਦੇ ਕੰਢੇ ਤੇ ਅਸੀਂ ਉਸ ਨੂੰ ਦੱਬ ਦਿੱਤਾ। ਚੌਥੇ ਖਾਨੇ ਵਿੱਚ ਹਰ ਗ੍ਰਹਿ ਜਾ ਕੇ ਸ਼ਾਂਤ ਹੋ ਜਾਂਦਾ ਹੈ। ਬੜਾ ਲੌਜੀਕ ਜੋ ਤੁਹਾਨੂੰ ਮੈਂ ਦੱਸਿਆ ਇਸ ਦਾ ਇਫੈਕਟ ਪੈਂਦਾ ਹੈ। ਚੌਥੇ ਖਾਨੇ ਵਿੱਚ ਹਰ ਗ੍ਰਹਿ, ਚੌਥਾ ਖਾਨਾ ਮਾਂ ਦਾ ਹੈ, ਚੌਥਾ ਖਾਨਾ ਮਾਂ ਦੀ ਗੋਦ ਵਿੱਚ ਜਾ ਕੇ ਹਰ ਗ੍ਰਹਿ ਸ਼ਾਂਤ ਹੋ ਜਾਂਦੇ ਆ। ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਤੁਸੀਂ ਤੇ ਵੀਡੀਓ ਵਿੱਚ ਸਾਰਾ ਕੁਝ ਹੀ ਦੱਸ ਦਿੱਤਾ, ਰਹਿ ਕੀ ਗਿਆ। ਦੇਖੋ ਕਿਸੇ ਦਾ ਭਲਾ ਹੁੰਦਾ ਹੈ ਤੇ ਸਾਡਾ ਕੀ ਜਾਂਦਾ ਹੈ, ਕਿਸੇ ਦੇ ਕੰਮ ਬਣਦੇ ਨੇ ਤਾਂ ਸਾਡਾ ਕੀ ਜਾ ਰਿਹਾ ਹੈ। ਪਰਮਾਤਮਾ ਕਰੇ ਕਿ ਹਰ ਕਿਸੇ ਦੇ ਕੰਮ ਬਣਨ ਤੇ ਹਰ ਕਿਸੇ ਨੂੰ ਪੋਜ਼ਿਟਿਵਿਟੀ ਮਿਲੇ। ਸਿਰਫ ਪਤਾ ਨਹੀਂ ਹੁੰਦਾ ਕਿ ਸਾਨੂੰ ਸਾਡੇ ਸਿਤਾਰੇ ਕੀ ਨੇ, ਕੀ ਚਾਹੁੰਦੇ ਨੇ ਤੇ ਕੀ ਕਰਨਾ ਹੈ, ਪਰ ਫਿਰ ਵੀ ਅਗਰ ਘਰ ਬਣਾਉਣ ਦੇ ਨਾਲ ਅਗਰ ਕੋਈ ਰਿਲੇਟਡ ਪ੍ਰੋਬਲਮ ਨੇ ਤਾਂ ਉਸ ਦਾ ਅਸੀਂ ਕਿਤੇ ਨਾ ਕਿਤੇ ਕੁਝ ਨਾ ਕੁਝ ਹੱਲ ਤੇ ਕਰ ਹੀ ਸਕਦੇ ਹਾਂ। ਤੇ ਸਾਡੀ ਇਹੀ ਕੋਸ਼ਿਸ਼ ਹੈ, ਖਾਸ ਤੌਰ ਤੇ ਮੇਰੀ ਤੇ ਇਹੀ ਕੋਸ਼ਿਸ਼ ਹੈ ਜੀ ਕਿ ਪਰਮਾਤਮਾ ਕਰੇ ਹਰ ਕਿਸੇ ਨੂੰ ਹਰ ਚੀਜ਼ ਦਾ ਸੁੱਖ ਮਿਲੇ। ਤੇ ਥੋੜੇ ਕੁ ਦਿਨ ਜੋ ਅਸੀਂ ਦੁਨੀਆ ਵਿੱਚ ਕੱਟਣ ਆਏ ਆ, ਇੱਕ ਰਹਿਣ ਬਸੇਰਾ ਹੀ ਸਮਝ ਲਿਆ ਕਿ ਚਾਰ ਪੱਖ ਨੇ, ਬਸ ਇੱਕ ਦੋ ਲੰਘ ਗਏ ਤੇ ਇੱਕ ਦੋ ਲੰਘ ਜਾਣੇ ਨੇ, ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ। ਇਸ ਕਰਕੇ ਅਗਰ ਤੁਹਾਨੂੰ ਪਰਮਾਤਮਾ ਨੇ ਕੁਝ ਨੌਲੇਜ ਦਿੱਤੀ ਹੈ ਤੇ ਤੁਸੀਂ ਦੂਜਿਆਂ ਨੂੰ ਦੇ ਰਹੇ ਹੋ ਤਾਂ ਵਧੀਆ ਗੱਲ ਹੀ ਹੈ। ਤਾਂ ਤੁਸੀਂ ਮਿੱਟੀ ਦੀ ਕੁੱਜੀ 'ਚ ਸਰੋਂ ਦਾ ਤੇਲ ਭਰਨਾ ਤੇ ਉਸ ਨੂੰ ਨਹਿਰ ਕੰਢੇ 4 ਸ਼ਨੀਵਾਰ ਦਬਾ ਦੇਣਾ ਹੈ। ਕਰਜ਼ੇ ਤੋਂ ਵੀ ਰਿਲੈਕਸ ਮਿਲੇਗੀ, ਬਿਮਾਰੀਆਂ ਤੋਂ ਵੀ, ਗੋਡਿਆਂ ਤੋਂ ਵੀ ਰਿਲੈਕਸ ਮਿਲੇਗੀ, ਸ਼ਨੀ ਵੀ ਸ਼ਾਂਤ ਰਹੇਗਾ, ਮਨ ਵੀ ਨਹੀਂ ਉਖੜੇਗਾ ਤੇ ਤੁਹਾਡਾ ਘਰ ਵੀ ਬਣਨਾ ਸ਼ੁਰੂ ਹੋ ਜਾਏਗਾ। ਜਾਂ ਰੁਕਿਆ ਹੋਇਆ ਸੀ ਬਣ ਜਾਏਗਾ, ਜਾਂ ਸੋਚ ਰਹੇ ਸੀ ਉਸ ਤੋਂ ਵੀ ਤੁਹਾਨੂੰ ਵਧੀਆ ਪੋਜ਼ਿਟਿਵ ਰਿਜ਼ਲਟ ਹੀ ਮਿਲੇਗਾ ਅਗਰ ਤੁਸੀਂ ਲਗਾਤਾਰ ਇਹ ਉਪਾਅ ਕਰਦੇ ਹੋ। ਤਾਂ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਜੋ ਕਿ ਕੋਈ ਗ੍ਰਹਿ ਸਾਨੂੰ ਦੇ ਰਿਹਾ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਕੌਣ ਗ੍ਰਹਿ ਕੀ ਪ੍ਰਭਾਵ ਪਾ ਰਿਹਾ ਹੈ। ਚਲੋ ਅਸੀਂ ਕੋਸ਼ਿਸ਼ ਤੇ ਕਰ ਸਕਦੇ ਹਾਂ ਨਾ ਆਪਣੇ ਗ੍ਰਹਿਾਂ ਨੂੰ ਸਹੀ ਕਰਨ ਦੀ। ਇਹ ਸੀ ਇੱਕ ਕੋਸ਼ਿਸ਼ ਕਿ ਅਸੀਂ ਕੀ ਕਰਨਾ ਚਾਹੀਦਾ ਹੈ ਕੰਸਟਰਕਸ਼ਨ ਦਾ ਕੰਮ ਕਰਾਉਣ ਲਈ। ਇੱਕ ਨੌਲੇਜ ਤੁਹਾਨੂੰ ਹੋਰ ਦੇ ਦਈਏ ਕਿ ਜੂਨ ਦੇ ਮਹੀਨੇ ਤੋਂ ਲੈ ਕੇ ਸਤੰਬਰ ਦੇ ਮਹੀਨੇ ਤੱਕ, ਵੈਸੇ ਤਾਂ ਉਸ ਟਾਈਮ ਤੇ ਮਾਨਸੂਨ ਹੁੰਦਾ ਹੈ, ਸਿਆਣਿਆਂ ਨੇ ਸਹੀ ਹੋਈ ਕਿਹਾ ਹੈ ਕਿ ਜੂਨ ਤੋਂ ਸਤੰਬਰ ਤੱਕ ਮਿਸਤਰੀ ਨਹੀਂ ਲਗਾਉਣੇ ਚਾਹੀਦੇ। ਅਗਰ ਇਹਨਾਂ ਮਹੀਨਿਆਂ ਵਿੱਚ ਕੋਈ ਕੰਮ ਸ਼ੁਰੂ ਕੀਤਾ ਜਾਵੇ ਤਾਂ ਉਸ ਵਿੱਚ ਅੜਕਣ ਤੇ ਅੜਕਣੀ ਪੈਂਦੀ ਰਹਿੰਦੀ ਹੈ। ਅੜਚਨਾ ਦੇ ਪੈਣ ਤੇ ਹੀ ਘਰ ਬਣਦਾ ਹੈ। ਕਦੀ ਬਣ ਗਿਆ, ਕਦੀ ਰੁਕ ਗਿਆ, ਕਦੀ ਮਿਸਤਰੀ ਨਹੀਂ ਆਏ, ਕਦੀ ਮਿਸਤਰੀਆਂ ਨੇ ਖੱਜਲ ਕਰ ਦਿੱਤਾ, ਕਦੀ ਕੰਮ ਕੁਝ ਸਾਨੂੰ ਲੇਬਰ ਨਹੀਂ ਮਿਲੀ, ਤੇ ਕਦੇ ਕੋਈ ਵਜ੍ਹਾ ਤਾਂ ਦੇਖੋ ਪਰਮਾਤਮਾ ਨੇ ਬਣਾਣੀ ਹੈ। ਜਦੋਂ ਅਸੀਂ ਉਸ ਦੀ ਕੁਦਰਤ ਦੇ ਖਿਲਾਫ ਚੱਲੇ ਤਾਂ ਉਸਨੇ ਸਾਨੂੰ ਵਜ੍ਹਾ ਇਸ ਤਰ੍ਹਾਂ ਦੀ ਬਣਾ ਦਿੱਤੀ ਕਿ ਅਸੀਂ ਉਲਝ ਗਏ। ਇਸ ਕਰਕੇ ਜੂਨ ਤੋਂ ਸਤੰਬਰ ਦੇ ਮਹੀਨੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਕੰਸਟਰਕਸ਼ਨ ਦਾ ਕੰਮ ਸ਼ੁਰੂਆਤ ਨਾ ਕੀਤੀ ਜਾਵੇ। ਅਗਰ ਚੱਲ ਰਿਹਾ ਤਾਂ ਚਲਾ ਸਕਦੇ ਹੋ। ਹਮੇਸ਼ਾ ਹੀ ਸ਼ੁਕਲ ਪੱਖ ਵਿੱਚ ਤੇ ਜਨਵਰੀ ਤੋਂ ਜੂਨ ਤੱਕ, ਅਗਰ ਜਨਵਰੀ ਤੋਂ ਕੰਮ ਸ਼ੁਰੂ ਕੀਤਾ ਜਾਵੇ ਉਸ ਮਹੀਨੇ ਤੋਂ ਚਲਾਇਆ ਗਿਆ ਕੰਮ ਹਮੇਸ਼ਾ ਹੀ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ 4-5 ਮਹੀਨੇ ਨੇ, ਇਹਨਾਂ ਦਿਨਾਂ ਵਿੱਚ ਕੀਤੇ ਹੋਏ ਕੰਮ ਹਮੇਸ਼ਾ ਸਫਲਤਾ ਦਿੰਦੇ ਨੇ। ਤੇ ਜੋ ਸੂਰਜ ਦੀ ਸਥਿਤੀ ਹੈ ਉਹ ਬੜੀ ਅੱਛੀ ਰਹਿੰਦੀ ਹੈ ਤੇ ਸ਼ਨੀ ਵੀ ਉਸ ਟਾਈਮ ਤੇ ਤਕਰੀਬਨ ਆਪਣੇ ਘਰਾਂ ਵਿੱਚ ਹੋਣ ਤੇ ਇਸ ਦਾ ਸਾਨੂੰ ਪੋਜ਼ਿਟਿਵ ਪ੍ਰਭਾਵ ਮਿਲਦਾ ਹੈ। ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ ਆਪਾਂ ਨੂੰ ਜਨਵਰੀ ਤੋਂ ਜੂਨ ਤੱਕ ਮਿਸਤਰੀ ਲਗਾਉਣੇ ਚਾਹੀਦੇ ਨੇ, ਨਵੇਂ ਕੰਮ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਤੇ ਜੂਨ ਤੋਂ ਸਤੰਬਰ ਤੱਕ ਕੰਮ ਨਹੀਂ ਕਰਨੇ ਚਾਹੀਦੇ। ਨਵਾਂ ਅਗਰ ਘਰ ਬਣਾਉਣਾ ਹੈ, ਕੋਈ ਕੋਠੀ ਬਣਾਉਣੀ ਹੈ ਜਾਂ ਕੁਝ ਵੀ ਬਣਾਉਣਾ ਤੁਸੀਂ ਤਾਂ ਅਵੋਇਡ ਕਰਨਾ ਚਾਹੀਦਾ ਹਨੇਰ ਪੱਖ ਵਿੱਚ, ਤੇ ਸ਼ਨੀਵਾਰ ਨੂੰ ਨਵੇਂ ਕੰਮ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ। ਅੜਚਣਾ ਪੈਂਦੀਆਂ ਰਹਿੰਦੀਆਂ ਨੇ ਤੇ ਅਸੀਂ ਕਿਸੇ ਚੀਜ਼ ਨੂੰ ਚੈਲੰਜ ਤਾਂ ਨਹੀਂ ਕਰਦੇ, ਪਰ ਅਸੀਂ ਬੈਸਟ ਬਣਾਉਣ ਦੇ ਲਈ ਸਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਮਿਸਤਰੀਆਂ ਦਾ ਕੰਮ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਇਹ ਉਪਾਅ ਕਰੋਗੇ, ਇਹ ਕੰਸਟਰਕਸ਼ਨ ਦਾ ਕੰਮ ਇਹਨਾਂ ਤਰੀਕਿਆਂ ਨਾਲ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਅੱਛਾ ਪੋਜ਼ਿਟਿਵ ਰਿਜ਼ਲਟ ਮਿਲੇਗਾ। ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖੋ, ਜੋ ਤੁਸੀਂ ਘਰ ਬਣਾ ਰਹੇ ਹੋ
ਜਿੱਥੇ ਤੁਸੀਂ ਰਹਿਣਾ ਹੈ, ਜਿੱਥੇ ਤੁਸੀਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ, ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੈ, ਜ਼ਿੰਦਗੀ 'ਚ ਇੱਕ ਵਾਰ ਬਣਦਾ ਹੈ। ਪਰਮਾਤਮਾ ਇਸ ਦਾ ਸੁੱਖ ਸਭ ਨੂੰ ਦੇਵੇ। ਉਸ ਜਗ੍ਹਾ ਬਣਾਉਣ ਵਾਲੇ ਜੋ ਤੁਹਾਡੇ ਮਜ਼ਦੂਰ ਨੇ, ਅਗਰ ਤੁਸੀਂ ਉਹਨਾਂ ਨੂੰ ਖੁਸ਼ ਰੱਖਦੇ ਹੋ ਤਾਂ ਘਰ ਇਹੋ ਜਿਹਾ ਬਣੇਗਾ ਕਿ ਦੇਖਣ ਵਾਲੇ ਦੇਖਦੇ ਰਹਿ ਜਾਣਗੇ। ਨਹੀਂ ਤਾਂ ਜਿੰਨਾ ਮਰਜ਼ੀ ਵਧੀਆ ਨਕਸ਼ਾ ਬਣਾ ਲਵੋ, ਲੱਗੇਗਾ ਕਿ ਉਹ ਚੀਜ਼ ਬਣੀਓ ਹੀ ਨਹੀਂ, ਅਗਰ ਉਸ ਜਗ੍ਹਾ ਨੂੰ ਬਣਾਉਣ ਵਾਲੀ ਲੇਬਰ ਤੁਹਾਡੇ ਤੋਂ ਨਾ ਖੁਸ਼ ਹੋਵੇ ਤਾਂ। ਤੁਸੀਂ ਲੇਬਰ ਨੂੰ ਖੁਸ਼ ਰੱਖਣਾ ਹੈ, ਉਹਨਾਂ ਨੂੰ ਕੁਝ ਨਾ ਕੁਝ ਖਾਣ ਨੂੰ ਦੇਈ ਜਾਣਾ ਹੈ, ਉਹਨਾਂ ਦੀ ਪੇਮੈਂਟ ਨਾਲੋਂ ਨਾਲ ਕਰੀ ਜਾਣੀ ਹੈ ਤੇ ਹਰ ਰੋਜ਼ ਜਾ ਕੇ ਉਹਨਾਂ ਦਾ ਹਾਲ ਪੁੱਛਣਾ ਹੈ, ਕਿਵੇਂ ਹੋ ਜੀ ਤੁਸੀਂ, ਕਿਵੇਂ ਚੱਲ ਰਿਹਾ ਤੁਹਾਡਾ ਕੰਮ। ਸਾਡਾ ਕੰਮ ਨਹੀਂ, ਉਹਨਾਂ ਦਾ ਕੰਮ ਹੈ। ਕਿਵੇਂ ਚੱਲ ਰਿਹਾ ਤੁਹਾਡਾ ਕੰਮ, ਕਿੱਥੋਂ ਤੱਕ ਪਹੁੰਚਿਆ, ਬਸ ਤੁਸੀਂ ਬੜਾ ਵਧੀਆ ਕਰ ਦੇਣਾ ਹੈ। ਇੰਨੀ ਪੋਜ਼ਿਟਿਵਿਟੀ ਦੇ ਦੋਗੇ ਨਾ ਉਹਨਾਂ ਨੂੰ, ਤਾਂ ਪੁੱਛੋ ਨਾ ਸ਼ਨੀ ਨੇ ਤੁਹਾਨੂੰ ਕੀ ਕੁਝ ਦੇ ਦੇਣਾ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਇਹਦੇ ਨਾਲ ਤੁਹਾਨੂੰ ਬੜਾ ਅੱਛਾ ਰਿਜ਼ਲਟ ਮਿਲਣਾ ਹੈ। ਕਰ ਰਹੇ ਹੋ, ਬਣ ਰਿਹਾ ਹੈ, ਨਹੀਂ ਬਣ ਰਿਹਾ, ਜਦੋਂ ਬਣਾਓਗੇ ਤਾਂ ਇਹ ਚੀਜ਼ਾਂ ਵਰਤੋਗੇ। ਅਗਰ ਤੁਹਾਡੀ ਲੇਬਰ ਖੁਸ਼, ਤਾਂ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਮੰਜ਼ਿਲ ਨੂੰ ਛੂ ਸਕਦੇ ਹੋ। ਸੱਚ ਜਾਣੋ, ਘਰ ਵਿੱਚ ਕੰਮ ਕਰਨ ਵਾਲਿਆਂ ਨੂੰ ਵੀ ਖੁਸ਼ ਰੱਖੋ, ਕੰਸਟਰਕਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਵੀ ਖੁਸ਼ ਰੱਖੋ। ਕੀ ਕਹਿੰਦੇ ਆ, ਬੁੱਲਿਆ ਮਨ ਦਾ ਕੀ ਸਮਝਾਣਾ, ਇਧਰੋਂ ਪੁੱਟਣਾ ਇਧਰੋਂ ਲਾਣਾ, ਕੀ ਖਾ ਜਾਣਗੇ ਉਹ ਖਿਲਾਉਣ ਵਾਲਾ ਹੈ ਪਰਮਾਤਮਾ, ਤੇ ਤੁਹਾਨੂੰ ਉਸਨੇ ਹੀਲਾ ਵਸੀਲਾ ਬਣਾਇਆ ਹੈ। ਤੇ ਇਸ ਕਰਕੇ ਤੁਸੀਂ ਆਪਣੇ ਮਜ਼ਦੂਰਾਂ ਨੂੰ ਖੁਸ਼ ਰੱਖੋਗੇ, ਘਰ ਬਹੁਤ ਅੱਛਾ ਬਣੇਗਾ, ਜ਼ਰੂਰ ਬਣੇਗਾ ਤੇ ਬਹੁਤ ਵਧੀਆ ਬਣੇਗਾ। ਬਾਕੀ ਜਿਹੜੇ ਅਸੀਂ ਤੁਹਾਨੂੰ ਉਪਾਅ ਦੱਸੇ ਨੇ, ਇਹ ਕਰਨ ਤੇ ਤੁਹਾਨੂੰ ਇਸ ਦਾ ਰਿਜ਼ਲਟ ਵੀ 100% ਪੋਜ਼ਿਟਿਵ ਮਿਲੇਗਾ। ਤੇ ਅਗਰ ਤੁਹਾਡੀ ਹੋਰ ਕੋਈ ਕੁਐਸਚਨ ਹੋਵੇ ਕਿ ਕੰਸਟਰਕਸ਼ਨ ਬਾਰੇ, ਘਰ ਬਾਰੇ ਜਾਂ ਕਿਸੇ ਵੀ ਚੀਜ਼ ਬਾਰੇ, ਹਾਂ ਇਹ ਧਿਆਨ ਰੱਖਣਾ ਜ਼ਰੂਰ ਹੈ ਜੀ, ਵਾਸਤੂ ਮੁਤਾਬਕ ਹੀ ਘਰ ਬਣਾਉਣਾ ਹੈ। ਛੋਟੇ ਛੋਟੇ ਜਿਹੇ ਹੁੰਦੇ ਆ ਵਾਸਤੂ ਦੇ ਟਿਪ, ਇਸ ਕਰਕੇ ਵਾਸਤੂ ਮੁਤਾਬਕ ਬਣਾਓਗੇ ਤਾਂ ਹੋਰ ਵੀ ਜ਼ਿਆਦਾ ਅੱਛਾ। ਸ਼ੁਰੂਆਤ ਵਿੱਚ ਵੀਡੀਓ 'ਚ ਅਸੀਂ ਤੁਹਾਨੂੰ ਦੱਸਿਆ ਹੀ ਹੈ ਕਿ ਵਾਸਤੂ ਕਿਸ ਤਰ੍ਹਾਂ ਅਸੀਂ ਪਲਾਟ ਦਾ ਸਹੀ ਕਰਕੇ ਜ਼ਿਆਦਾ ਸਹੀ ਰਿਜ਼ਲਟ ਲੈ ਸਕਦੇ ਹਾਂ। ਹੁਣ ਸਮਾਂ ਹੋ ਚੱਲਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਤੇ ਨਾਲ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਹੈ, ਆਪਣੇ ਆਲੇ ਦੁਆਲੇ ਜ਼ਰੂਰ ਦੱਸਣਾ ਹੈ ਸਾਰਿਆਂ ਨੂੰ, ਤਾਂ ਕਿ ਸਭ ਨੂੰ ਇਸ ਦਾ ਫਾਇਦਾ ਹੋ ਸਕੇ। ਜਦੋਂ ਤੁਸੀਂ ਚੰਗੀ ਚੀਜ਼ ਲਈ ਚੰਗੇ ਯਤਨ ਕਰਦੇ ਹੋ, ਚੰਗੇ ਲੋਕਾਂ ਨੂੰ ਦੱਸਦੇ ਹੋ, ਤੇ ਤੁਹਾਡਾ ਵੀ ਨਾਲ ਫਾਇਦਾ ਹੋ ਜਾਂਦਾ ਹੈ, ਕਿਉਂਕਿ ਦੁਆਵਾਂ ਹੀ ਦਿੰਦਾ ਹਰ ਕੋਈ ਕਿ ਚੰਗਾ ਵਧੀਆ ਸਾਨੂੰ ਦੱਸਿਆ ਤੇ ਸਾਡੀ ਵੀ ਨੌਲੇਜ ਵਿੱਚ ਵਾਧਾ ਹੋ ਗਿਆ। ਖੁਸ਼ ਰਹੋ ਜੀ ਤੁਸੀਂ, ਤੇ ਨਾਲ ਹੀ ਬਹੁਤ ਸਮਝਦਾਰ ਸਰੋਤਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ। ਸਤਿ ਸ਼੍ਰੀ ਅਕਾਲ।